ਮੋਗਾ 'ਚ ਆਮ ਆਦਮੀ ਪਾਰਟੀ ਦੇ ਨਵਦੀਪ ਸਿੰਘ ਸੰਘਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ 'ਚ ਉਹਨਾਂ ਨੇ ਅੰਮ੍ਰਿਤਸਰ ਬਠਿੰਡਾ ਤੋਂ ਕੋਟਕਪੂਰਾ ਬਣਨ ਵਾਲੇ ਨੈਸ਼ਨਲ ਹਾਈਵੇ 105B ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਉਹਨਾਂ ਨੇ ਆਰੋਪ ਲਗਾਏ ਹਨ ਕਿ ਲੋਕਾਂ ਦੀ ਧੱਕੇ ਨਾਲ ਜ਼ਮੀਨ ਦੱਬੀ ਜਾ ਰਹੀ ਹੈ, ਜਿਸ ਕਾਰਨ ਕਈ ਲੋਕਾਂ ਨੂੰ ਆਪਣੀ ਜ਼ਮੀਨਾਂ ਤੋਂ ਹੱਥ ਧੋਣਾ ਪੈ ਰਿਹਾ ਹੈ। ਉਹਨਾਂ ਇਹ ਵੀ ਆਰੋਪ ਲਗਾਏ ਹਨ ਕਿ ਜਿਨ੍ਹਾਂ ਦੀ ਰਜਿਸਟਰੀ ਹੋਈ ਸੀ ਉਹਨਾਂ ਨੂੰ ਬਣਦਾ ਪੈਸਾ ਵੀ ਨਹੀਂ ਦਿੱਤਾ ਜਾ ਰਿਹਾ। ਹੋਰ ਕੀ ਕੁਝ ਕਹਿਣਾ ਰਿਹਾ ਨਵਦੀਪ ਸੰਘਾ ਦਾ, ਆਓ ਤੁਸੀਂ ਵੀ ਸੁਣੋ। ਜਿਵੇਂ ਕਿ ਤੁਹਾਨੂੰ ਪਤਾ, ਪਿਛਲੇ ਕੁਝ ਦਿਨਾਂ ਤੋਂ ਕਾਫੀ ਅਖਬਾਰਾਂ ਦੇ ਵਿੱਚ, ਨਿਊਜ਼ਪੇਪਰਸ ਦੇ ਵਿੱਚ ਮੋਗੇ ਦੇ ਵਿੱਚ ਜਿਹੜਾ ਇੱਕ ਨੈਸ਼ਨਲ ਹਾਈਵੇ 4 ਮਾਰਗੀ ਸੜਕ 105B ਜਿਹਨੇ ਅੱਗੇ ਜਾ ਕੇ ਅੰਮ੍ਰਿਤਸਰ ਬਠਿੰਡਾ ਰੋਡ ਨੂੰ ਕਨੈਕਟ ਹੋਣਾ, ਉਹ ਨਿਕਲ ਰਹੀ ਹੈ ਤੇ ਉਹਦਾ ਕਾਫੀ ਰੌਲਾ ਜਿਹੜਾ ਹੈਗਾ ਅਖਬਾਰਾਂ ਦੇ ਵਿੱਚ ਪਿਆ ਹੋਇਆ। ਉਹਦੇ ਸੰਬੰਧ ਦੇ ਵਿੱਚ ਅੱਜ ਜਿਹੜੀ ਹੈਗੀ ਹੈ ਪ੍ਰੈਸ ਕਾਨਫਰੰਸ ਬੁਲਾਈ ਸੀਗੀ, ਕਿਉਂਕਿ ਬਹੁਤ ਸਾਰੇ ਅਫੈਕਟਡ ਫੈਮਲੀਜ਼ ਹੈ, ਜਿਨ੍ਹਾਂ ਦੇ ਵਿੱਚੋਂ ਇੱਕ ਫੈਮਲੀ ਸੰਪ੍ਰੀਤ ਸਿੰਘ ਸਨ ਆਫ ਹਰਦੀਪ ਸਿੰਘ ਔਰ ਮਾਤਾ ਜੀ ਮਨਜੀਤ ਕੌਰ, ਇਹ ਬਸਤੀ ਜਿਹੜੀ ਹੈਗੀ ਹੈ ਬੱਗਿਆਣਾ ਬਸਤੀ ਦੇ ਰਹਿਣ ਵਾਲੇ ਹੈ। ਇਹਨਾਂ ਦੀ ਵੀ ਪ੍ਰੋਪਰਟੀ ਉਹਦੇ ਵਿੱਚ ਆਈ ਹੈਗੀ ਹੈ। ਤੋ ਸਭ ਤੋਂ ਵੱਡੀ ਗੱਲ ਇਹ ਹੈ ਇਹਦੇ ਵਿੱਚ ਸੋਚਣ ਵਾਲੀ ਕਿ ਜਿਹੜਾ ਪ੍ਰੀ ਨੋਟੀਫਿਕੇਸ਼ਨ ਜਿਹੜਾ ਅੰਡਰ ਆਪਣਾ ਨੈਸ਼ਨਲ ਹਾਈਵੇ ਐਕਟ 1956 ਦੇ ਅੰਡਰ ਜਿਹੜਾ ਪਹਿਲਾ ਪ੍ਰੀ ਨੋਟੀਫਿਕੇਸ਼ਨ ਹੋਇਆ, ਉਹ ਜਨਵਰੀ ਦੇ ਪਹਿਲੇ ਹਫਤੇ ਹੋ ਗਿਆ ਸੀਗਾ। ਔਰ ਜਦੋਂ ਪ੍ਰੀ ਨੋਟੀਫਿਕੇਸ਼ਨ ਇਸ਼ੂ ਹੋ ਜਾਂਦਾ ਤਾਂ ਅਕੋਰਡਿੰਗ ਟੂ ਲਾ ਮੇਰੇ ਖਿਆਲ ਕੋਈ ਵੀ ਜਿਹੜਾ ਹੈਗਾ ਟਾਈਟਲ ਜਾਂ ਸੇਲ ਡੀਡ ਦਾ ਜਿਹੜੀ ਨਹੀਂ ਹੋ ਸਕਦੀ। ਸੋ ਇਹਨਾਂ ਦੀ ਜਿਹੜੀ ਇੱਕ ਪਾਵਰ ਆਫ ਟਰਨੀ ਆ ਆਫਟਰ ਪ੍ਰੀ ਨੋਟੀਫਿਕੇਸ਼ਨ ਇੱਕ ਬਣੀ ਹੈ, ਸੰਪ੍ਰੀਤ ਜੀ ਵੱਲੋਂ ਬਣਾਈ ਗਈ ਹੈ। ਇਹਨੂੰ ਲਿਜਾ ਕੇ ਕਚਹਿਰੀਆਂ ਦੇ ਵਿੱਚ 17/2/2020 ਨੂੰ ਬਣਾਈ ਗਈ ਹੈ ਔਰ 17/2/2020 ਨੂੰ ਹੀ ਉਹਦੀ ਰਜਿਸਟਰੀ ਹੋ ਜਾਂਦੀ ਹੈ। ਉਸੇ ਦਿਨ ਹੀ ਉਹਦੀ ਜਿਹੜੀ ਹੈਗੀ ਹੈ ਜਮ੍ਹਾਂਬੰਦੀ ਔਰ ਇੰਤਕਾਲ ਜਿਹੜਾ ਹੈਗਾ ਨਿਕਲਦਾ ਹੈਗਾ। ਇਹਦੇ 'ਚ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ, ਇੱਕ ਤਾਂ ਇਹ ਚੀਜ਼ ਹੋ ਗਈ ਕਿ ਇਹਨਾਂ ਨੂੰ ਧੋਖੇ ਦੇ ਨਾਲ ਜਿਹੜੀ ਪਹਿਲਾਂ ਪ੍ਰੋਪਰਟੀ ਸੀਗੀ ਆਪਦੇ ਨਾਮ ਕਰਵਾ ਲਈ ਔਰ ਉਸ ਤੋਂ ਬਾਅਦ ਇਹ ਜਿਹੜੀ ਹੈਗੀ ਹੈ ਗਵਰਨਮੈਂਟ ਨੇ ਜਿਹੜੀ ਕੰਪਨਸੇਸ਼ਨ ਦੇਣੀ ਹੈ, ਜਿਹਦੇ ਮੁਤਾਬਕ ਰੀਹੈਬਿਲਿਟੇਸ਼ਨ ਐਂਡ ਰੀਸੈਟਲਮੈਂਟ ਐਕਟ 2013 ਜਿਹੜਾ ਹੈਗਾ, ਉਹਦੇ ਵਿੱਚ ਜਿਹੜਾ ਉਜਾੜਾ ਭੱਤਾ ਮਿਲਦਾ ਐਗਰੀਕਲਚਰ ਲੈਂਡ ਦੀ ਜਿੰਨੀ ਮਾਰਕੀਟ ਵੈਲਿਊ ਆ ਉਹਦੀ 100 ਗੁਣਾ, ਉਸੇ ਤਰ੍ਹਾਂ ਕਮਰਸ਼ੀਅਲ ਦੀ ਵੀ 100 ਗੁਣਾ ਮਿਲਦੀ ਹੈ। ਫਰਜ਼ ਕਰ ਲਓ ਕਰੋੜ ਦੇ ਨਾਲ ਕਰੋੜ ਹੋਰ ਮਿਲਣਾ। ਜਿਹੜੀ ਇਹਨਾਂ ਦੀ ਪ੍ਰੋਪਰਟੀ ਸੀਗੀ, ਇਹਨਾਂ ਤੋਂ ਸਿਰਫ 61 ਲੱਖ ਦਾ ਇਹਨਾਂ ਨਾਲ ਸੌਦਾ ਕੀਤਾ ਗਿਆ ਇਹਨਾਂ ਦੇ ਕਹਿਣ ਦੇ ਮੁਤਾਬਕ। ਔਰ ਉਹਦੇ ਵਿੱਚ ਜਿਹੜੀ ਜ਼ਮੀਨ ਸੀਗੀ ਉਹਦੇ ਤੇ ਇੱਕ ਬੈਂਕ ਦੀ ਲਿਮਟ ਚੱਲਦੀ ਸੀ, ਜਿਹੜੀ ਗੁਰੂ ਨਾਨਕ ਕਾਲਜ ਦੇ ਨੇੜੇ ਇੱਕ ਬੈਂਕ ਹੈ, ਆਈ ਥਿੰਕ ਪੰਜਾਬ ਐਂਡ ਸਿੰਧ ਬੈਂਕ। ਉਹ ਬੈਂਕ ਦੇ ਵਿੱਚ ਸਿਰਫ ਉਹਨਾਂ ਨੇ 10 ਲੱਖ ਰੁਪਈਆ ਜਮ੍ਹਾਂ ਕਰਾਇਆ। ਉਹ ਜਮ੍ਹਾਂ ਕਰਾਉਣਾ ਮੈਂ ਸਮਝਦਾ ਇਸ ਕਰਕੇ ਮਜਬੂਰੀ ਸੀ ਕਿ ਜਿੰਨਾ ਚਿਰ ਲੈਂਡ ਕਲੀਅਰ ਨਾ ਹੋਵੇ ਸ਼ਾਇਦ ਰਜਿਸਟਰੀ ਨਹੀਂ ਹੁੰਦੀ, ਇਸ ਕਰਕੇ ਸਿਰਫ ਉਹਨਾਂ ਨੇ ਉਹਦੇ ਵਿੱਚ 10 ਲੱਖ ਰੁਪਈਆ ਜਮ੍ਹਾਂ ਕਰਾਇਆ। ਜਿਹੜੇ ਕਿ ਬਾਕੀ ਦੇ ਪੈਸੇ ਵੀ ਇਹਨਾਂ ਨੂੰ ਬਣਦੇ ਸੀ ਉਹ ਨਹੀਂ ਮਿਲੇਗੇ। ਹੁਣ ਜਦੋਂ ਤੱਕ ਸਾਡੇ ਧਿਆਨ ਦੇ ਵਿੱਚ ਇਹ ਗੱਲ ਆਈ ਹੈਗੀ ਆ ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਫੈਮਲੀਜ਼ ਆ ਜਿਹੜੀਆਂ ਅਫੈਕਟਡ ਹੋਈਆਂ, ਇਹਨਾਂ ਨੇ ਸਭ ਤੋਂ ਪਹਿਲਾਂ ਜਦੋਂ ਇਹਨਾਂ ਦੀ ਸਾਰੀ ਲੈਂਡ ਦੇ ਵਿੱਚ ਮੇਜਰ ਪੋਰਸ਼ਨ ਹੈ ਜਿਹੜਾ ਉਹ ਐਗਰੀਕਲਚਰ ਲੈਂਡ ਹੈ, ਜਿਹੜੀ ਲੋਹਾਰਾ ਤੋਂ ਲੈ ਕੇ ਧੱਲੇ ਕੇ ਦੁੰਨੇ ਕੇ ਹੁੰਦੀ ਹੋਈ ਅਗਲੇ ਜਿਹੜੇ ਬਠਿੰਡਾ ਅੰਮ੍ਰਿਤਸਰ ਤੱਕ ਕਨੈਕਸ਼ਨ ਹੋਣਾ, ਉਹਦੇ 'ਚ ਮੇਜਰ ਪੋਰਸ਼ਨ ਹੈ ਜਿਹੜਾ ਉਹ ਐਗਰੀਕਲਚਰ ਲੈਂਡ ਦਾ। ਪਰ ਉਹਦੇ ਵਿੱਚ ਕੀ ਹੋ ਰਿਹਾ ਹੈ, ਉਹ CLU ਮਤਲਬ ਕਿ ਉਹਦੀ ਲੈਂਡ ਯੂਜ਼ ਕੀਤਾ ਜਾ ਰਿਹਾ, ਉਹਨੂੰ ਕਮਰਸ਼ੀਅਲ ਬਣਾਇਆ ਜਾ ਰਿਹਾ। ਔਰ ਦੇਖੋ ਜਿੱਥੇ ਜਿਹੜੀ ਉਜਾੜਾ ਭੱਤਾ ਜਦੋਂ ਮਿਲਦਾ ਤੇ ਉਹ ਬੰਦਾ ਜਦੋਂ ਅੱਗੇ ਜਾ ਕੇ ਰਜਿਸਟਰੀ ਕਰਾਉਂਦਾ ਤਾਂ ਉਹ ਰਜਿਸਟਰੀ ਦੇ ਵੀ ਪੈਸੇ ਨਹੀਂ ਦੇਣੇ ਪੈਂਦੇ ਉਹਨੂੰ। ਤੁਸੀਂ ਦੇਖੋ ਇਹਦੇ ਵਿੱਚ ਸਰਕਾਰ ਨੂੰ ਕਿੰਨੇ ਦਾ ਚੂਨਾ ਲਾ ਰਹੇ ਆ। ਜਿਹੜੀ ਪ੍ਰਾਪਰਟੀ ਦੇ ਵਿੱਚ ਅੱਜ ਸਰਕਾਰ ਨੂੰ ਪੈਸਾ ਦੇਣਾ ਪੈ ਰਿਹਾ ਹੈਗਾ, ਉਹ ਪੈਸਾ ਤੁਹਾਡਾ ਮੇਰਾ ਜਿਹੜਾ ਆਪਾਂ ਸਰਕਾਰਾਂ ਨੂੰ ਟੈਕਸ ਦੇ ਰੂਪ ਦੇ ਵਿੱਚ ਦਿੰਦੇ ਆ, ਅੱਜ ਉਸੇ ਪੈਸੇ ਨੂੰ ਦੋ ਵਾਰੀ ਚੂਨਾ ਲੱਗ ਰਿਹਾ। ਪਹਿਲਾਂ ਜਦੋਂ ਉਹ ਲੈਂਡ ਯੂਜ਼ ਹੋ ਗਈ CLU ਦੇ ਵਿੱਚ ਕਮਰਸ਼ੀਅਲ ਲੈਂਡ ਹੋ ਗਈ, ਫਿਰ ਉਸ ਤੋਂ ਬਾਅਦ ਜਦੋਂ ਲੈਂਡ ਟਰਾਂਸਫਰ ਹੋ ਗਈ, ਜਦੋਂ ਅਗਲੀ ਜਾ ਕੇ ਉਹਨਾਂ ਨੇ ਲੈਂਡ ਖਰੀਦਣੀ ਆ ਤਾਂ ਉਹਦੇ ਤੇ ਕੋਈ ਵੀ ਮਤਲਬ ਕਿ ਰਜਿਸਟਰੀ ਦਾ ਖਰਚਾ ਨਹੀਂ ਪੈਂਦਾ। ਸੋ ਇਸ ਕਰਕੇ ਅੱਜ ਸੰਪ੍ਰੀਤ ਲੜਕਾ ਜਿਹਦੇ ਤੋਂ ਇਹ ਪਾਵਰ ਆਫ ਟਰਨੀ ਬਣਾਈ ਗਈ ਔਰ ਉਸ ਤੋਂ ਬਾਅਦ ਉਹਦੀ ਰਜਿਸਟਰੀ ਹੈ ਜਿਹੜੀ ਅੱਗੇ ਕਰਵਾਈ ਗਈ ਹੈਗੀ ਆ, ਜਿਹੜੀ ਕਿ ਆਫਟਰ ਨੋਟੀਫਿਕੇਸ਼ਨ ਹੋਈ ਹੈ, ਇੱਕ ਜਾਂਚ ਦਾ ਵਿਸ਼ਾ ਬਣ ਚੁੱਕਾ ਹੈ ਇਹ ਸਾਰਾ ਜਿਹੜਾ ਇਹ ਸਕੈਮ ਹੈ। ਔਰ ਮੋਗੇ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਹੈਗਾ ਸਕੈਂਡਲਸ ਦੀ ਧਰਤੀ ਮੋਗਾ ਬਣ ਚੁੱਕਾ। ਕਦੇ ਇੱਥੇ ਸੈਕਸ ਸਕੈਂਡਲ ਹੁੰਦਾ, ਕਦੇ ਇੱਥੇ ਲੈਂਡ ਸਕੈਮ ਸਕੈਂਡਲ ਹੁੰਦਾ, ਕਦੇ ਪਾਸਪੋਰਟ ਸਕੈਂਡਲ ਹੁੰਦਾ, ਕਦੇ ਗੱਡੀਆਂ ਦੀਆਂ ਆਰਸੀਆਂ ਦਾ ਸਕੈਂਡਲ ਹੁੰਦਾ। ਸੋ ਕਿਤੇ ਪੰਜਾਬ ਤੋਂ ਬਾਹਰ ਜਾਈਏ ਤੇ ਅਗਲੇ ਨੂੰ ਪੁੱਛੀਦਾ ਬਈ, ਅਗਲਾ ਪੁੱਛਦਾ ਕਿੱਥੋਂ ਆਏ ਆ, ਪੰਜਾਬ ਤੋਂ ਜਦੋਂ ਦੱਸੀਦਾ ਮੋਗੇ ਤੋਂ ਆਏ ਤਾਂ ਅਗਲਾ ਕਹਿੰਦਾ ਉਹ ਸਕੈਂਡਲਾਂ ਵਾਲਾ ਮੋਗਾ। ਮਿਲ ਕੇ ਪਿਛਲੇ 20 ਸਾਲਾਂ ਤੋਂ ਇੰਨਾ ਕੁ ਸਿਸਟਮ ਇੱਥੇ ਹੋ ਚੁੱਕਾ ਡਿਸਟਰਬ, ਡੇ ਬਾਏ ਡੇ ਕੋਈ ਨਾ ਕੋਈ ਘਪਲੇ ਸਾਹਮਣੇ ਆ ਰਹੇ। ਕਿੰਨੀ ਲੈਂਡ ਕਿੰਨੀ ਸੀ ਇਹਨਾਂ ਦੀ? ਇਹਨਾਂ ਦੀ ਲੈਂਡ ਕਿੰਨੀ ਟੋਟਲ ਐਗਰੀਕਲਚਰ ਜ਼ਮੀਨ ਕਿੰਨੀ? ਜ਼ਮੀਨ 2 ਕਿੱਲੇ
2.25 ਕਿੱਲੇ ਜ਼ਮੀਨ। ਲਿਮਟ ਕਿੰਨੀ ਸੀ? ਲਿਮਟ ਇਹਨਾਂ ਦੀ 12 ਲੱਖ ਦੀ ਲਿਮਟ ਸੀ, ਉਹਦੇ ਚੋਂ 2 ਲੱਖ ਮਾਫ ਹੋ ਗਿਆ, 10 ਲੱਖ ਰੁਪਈਆ ਰਹਿ ਸੰਘਾ ਗਿਆ। ਸਾਹਿਬ ਚੀਮਾ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਕੱਲ ਕੀਤੀ ਗਈ ਹੈ, ਵਿਧਾਇਕ ਤੇ ਵੀ ਆਰੋਪ ਲੱਗ ਰਿਹਾ, ਵਿਧਾਇਕ ਨਾਲ ਕੀ ਕੋਈ ਇਹਨਾਂ ਦੀ ਗੱਲਬਾਤ ਹੈ ਕਿੱਦਾਂ? ਦੇਖੋ ਉਹ ਜਿਹੜਾ ਹੈਗਾ ਇਟਸ ਪਾਰਟ ਆਫ ਇਨਵੈਸਟੀਗੇਸ਼ਨ, ਚਾਹੇ ਡਿਪਾਰਟਮੈਂਟਲ ਇਨਕੁਆਇਰੀ ਹੋਵੇ ਚਾਹੇ ਕਿਤੇ ਵੀ ਹੈ, ਕਿਉਂਕਿ ਕਿਤੇ ਨਾ ਕਿਤੇ ਨੀਅਰ ਐਂਡ ਡੀਅਰ ਵਨਸ ਜਿਹੜੇ ਜਦੋਂ ਨੋਟੀਫਿਕੇਸ਼ਨ ਹੋਇਆ ਉਦੋਂ ਨੀਅਰ ਐਂਡ ਡੀਅਰ ਵਨਸ ਨੇ ਬਹੁਤ ਸਾਰੀਆਂ ਰਜਿਸਟਰੀਆਂ ਕਰਾਈਆਂ, ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜੇ ਅਫਸਰਸ਼ਾਹੀ ਆ ਉਹਦਾ ਵੀ ਹੱਥ ਹੈ, ਕਿਤੇ ਨਾ ਕੋਈ ਪੋਲੀਟੀਕਲ ਪਰਸਨੈਲਿਟੀਜ਼ ਦਾ ਵੀ ਹੱਥ। ਟੋਟਲ ਕਿੰਨੀਆਂ ਫੈਮਲੀਆਂ ਹੋਣਗੀਆਂ ਤੁਹਾਡੇ ਕੋਲ? ਆਲਮੋਸਟ ਜਿਹੜੀਆਂ ਰਜਿਸਟਰੀਆਂ ਦਾ ਧਿਆਨ ਆਇਆ 50 ਪਲੱਸ ਆ ਜਿਹੜੀਆਂ ਨਵੰਬਰ ਤੋਂ ਬਾਅਦ ਹੁਣ ਤੱਕ ਹੋਈਆਂ। ਤੁਹਾਡੇ ਕੋਲ ਕਿੰਨੇ ਇੱਥੇ ਪੀੜਤਾਂ ਨੇ ਅਪਰੋਚ ਕੀਤੀ ਹੈਗੀ ਆ, ਔਰ ਜਿਹੜੀ ਇਹ ਜ਼ਮੀਨ ਜਿਹੜੀ ਇਹਨਾਂ ਦੇ ਵੇਚੀ ਹੈਗੀ ਆ, ਔਰ ਖਰੀਦਣ ਵਾਲਾ ਕੌਣ ਹੈਗਾ? ਅਕਸਰ ਰਜਾਮੰਦੀ ਨਾਲ ਇਹਨਾਂ ਨੇ ਵੇਚੀ ਹੋਊਗੀ, ਕੀ ਹੈਗਾ? ਦੇਖੋ ਉਹਦੇ ਚ 2 ਚੀਜ਼ਾਂ ਨੇ। ਅੱਜ ਜਿਹੜੀ ਲੈਂਡ ਹੈਗੀ ਹੈ, ਜਦੋਂ ਨੋਟੀਫਿਕੇਸ਼ਨ ਹੁੰਦਾ, ਪ੍ਰੀ ਨੋਟੀਫਿਕੇਸ਼ਨ ਹੁੰਦਾ, ਉਸ ਤੋਂ ਬਾਅਦ ਲੈਂਡ ਖਰੀਦੀ ਜਾ ਰਹੀ ਹੈ ਔਰ ਇਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵੀ ਤੁਹਾਨੂੰ ਅਸੀਂ ਪੈਸੇ ਦੇ ਰਹੇ ਹਾਂ ਇੰਨੇ। ਐਕਚੁਅਲੀ ਅੱਜ ਕੱਲ ਇਹਨਾਂ ਨੂੰ ਇਹ ਪਤਾ ਨਹੀਂ ਸੀ ਵੀ ਸਾਡੀ ਜਗ੍ਹਾ ਦੇ ਵਿੱਚੋਂ ਲੈਂਡ ਨਿਕਲ ਰਹੀ ਹੈ। ਸਭ ਤੋਂ ਮਾੜਾ ਸਿਸਟਮ ਇਹ ਹੈਗਾ, ਮੈਂ ਇੱਕ ਐਡਵਾਈਸ ਵੀ ਦੇਣੀ ਚਾਹੁੰਦਾ, ਚਾਹੇ ਗਵਰਨਮੈਂਟ ਆਫ ਪੰਜਾਬ ਦੀ ਜਿਹੜਾ ਇਹ ਜਿਹੜੀ ਅਕਵਾਇਰ ਕਰਨੀ ਹੁੰਦੀ ਹੈ ਉਹਦਾ ਬਕਾਇਦਾ ਪਿੰਡ ਜਾ ਕੇ ਨੋਟੀਫਿਕੇਸ਼ਨ ਲੱਗਣਾ ਚਾਹੀਦਾ। ਪਿੰਡ ਜਾ ਕੇ ਤਹਿਸੀਲਦਾਰ ਪਟਵਾਰੀ ਅਨਾਉਂਸਮੈਂਟਾਂ ਕਰਨ ਵੀ ਤੁਹਾਡੇ ਇੱਥੋਂ ਨਿਕਲ ਰਿਹਾ। ਇਹ ਬੜੇ ਲੰਮੇ ਸਮੇਂ ਤੋਂ ਘਪਲੇ ਚੱਲ ਰਹੇ ਆ, ਚਾਹੇ ਪਿਛਲੀਆਂ ਸਰਕਾਰਾਂ ਰਹੀਆਂ ਚਾਹੇ ਹੁਣ। ਜਿਹੜੀਆਂ ਰਾਜਨੀਤਿਕ ਹਸਤੀਆਂ ਨੇ, ਜਿਹੜੀ ਅਫਸਰਸ਼ਾਹੀ ਆ, ਬਿਊਰੋਕ੍ਰੇਸੀ ਆ, ਉਹ ਇਹਦੇ ਵਿੱਚ ਹਾਵੀ ਆ। ਆਪਦੇ ਮੁਤਾਬਕ ਉਹ ਜਿਹੜਾ ਹੈਗਾ ਲੈਂਡ ਅਕਵਾਇਰ ਕਰਕੇ ਕਰਵਾ ਕੇ ਤੇ ਸੰਘਾ ਸਾਹਿਬ ਇਹਨਾਂ ਨਾਲ ਧੋਖਾ ਕਿਵੇਂ ਹੋਇਆ? ਕਿਉਂਕਿ ਇਹਨਾਂ ਦੀ ਮਰਜ਼ੀ ਨਾਲ ਲੈਂਡ ਵੇਚੀ ਗਈ। ਐਗਰੀਮੈਂਟ ਕਰਨ ਹੋਇਆ ਨਾ ਜੀ? ਬਿਲਕੁਲ ਹੋਇਆ, ਐਗਰੀਮੈਂਟ ਹੋਇਆ। ਇਹਨਾਂ ਨੇ ਆਪਦੀ ਸੇਲ ਡੀਡ ਜਿਹੜੀ ਇਹਨਾਂ ਤੋਂ ਪਾਵਰ ਆਫ ਅਟਾਰਨੀ ਲਈ ਗਈ ਹੈਗੀ ਆ। ਪਰ ਤੁਸੀਂ ਮੈਨੂੰ ਦੱਸੋ ਬਈ ਅੱਜ ਆਮ ਬੰਦਾ ਜਦੋਂ ਇੱਕ ਰਜਿਸਟਰੀ ਕਰਵਾਉਂਦਾ ਤਾਂ ਤੁਸੀਂ ਵੀ ਕਿਤੇ ਨਾ ਕਿਤੇ ਆਪਦੇ ਪਲਾਟਾਂ ਘਰਾਂ ਦੀਆਂ ਰਜਿਸਟਰੀਆਂ ਕਰਾਈਆਂ ਹੋਣਗੀਆਂ। ਰਜਿਸਟਰੀ ਕਰਵਾਉਣ ਤੋਂ ਬਾਅਦ ਮੈਨੂੰ ਦੱਸੋ ਵੀ ਇੰਨੀ ਕੁਇਕ ਸਰਵਿਸ ਕਿਤੇ ਹੋਰ ਹੈਗੀ ਆ ਵੀ ਇੱਕੇ ਦਿਨ ਆਪਣਾ ਪਾਵਰ ਆਫ ਅਟਾਰਨੀ ਬਣੇ ਉਦੋਂ ਹੀ ਰਜਿਸਟਰੀ ਉਦੋਂ ਹੀ ਇੰਤਕਾਲ। ਸੋ ਦੇਅਰ ਇਜ਼ ਸਮਥਿੰਗ ਰੋਂਗ। ਇਹ ਇੱਕ ਜਾਂਚ ਦਾ ਵਿਸ਼ਾ। ਅਸੀਂ ਤੁਹਾਡੇ ਜ਼ਰੀਏ ਇੱਕ ਸਾਰੇ ਡਿਪਾਰਟਮੈਂਟ ਨੂੰ ਚਾਹੁੰਦੇ ਹਾਂ ਵੀ ਇੱਕ ਜਾਂਚ ਹੋਣੀ ਚਾਹੀਦੀ ਹੈ ਔਰ ਇਹਨਾਂ ਨੂੰ ਜੇ ਪਤਾ ਹੁੰਦਾ ਵੀ ਮੇਰੀ ਲੈਂਡ ਦੀ ਕਰੋੜਾਂ ਦੀ ਪ੍ਰਾਪਰਟੀ ਦੀ ਕੀਮਤ ਪੈਣੀ ਹੈ ਤਾਂ ਇਹ 15 ਦਿਨ ਖੜ ਵੀ ਸਕਦੇ ਸੀ। ਕਿਉਂਕਿ ਆਪਣੇ ਜਿਹੜੀ ਮੈਂ ਪਹਿਲਾਂ ਗੱਲ ਕਹਿ ਕੇ ਚੁੱਕਿਆ ਕਿ ਜਿਹੜੇ ਨੋਟੀਫਿਕੇਸ਼ਨ ਆਉਂਦੇ ਆ ਜਾਂ ਅਖਬਾਰਾਂ 'ਚ ਆਉਂਦੇ ਆ, ਉਹ ਸਿਸਟਮ ਇੰਨਾ ਕੁ ਗੰਦਾ ਹੈਗਾ, ਉਹ ਸਭ ਨੂੰ ਜਿਹੜੇ ਅਫਸਰਸ਼ਾਹੀ ਆ ਉਹਨਾਂ ਨੂੰ ਪਤਾ ਹੁੰਦਾ, ਜਾਂ ਕੋਈ ਨਾ ਕੋਈ ਜਿਹੜੇ ਰਾਜਨੀਤਿਕ ਲੋਕ ਆ ਉਹਨਾਂ ਨੂੰ ਪਤਾ ਹੁੰਦਾ, ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ। ਇੱਕ ਜਿਹੜਾ ਪਿੰਡ 'ਚ ਪਟਵਾਰੀ ਲੱਗਿਆ, ਤਹਿਸੀਲਦਾਰ ਲੱਗਿਆ, ਉਹਨਾਂ ਦੀਆਂ ਡਿਊਟੀਆਂ ਬਣਦੀਆਂ ਕਿ ਉੱਥੇ ਪਿੰਡ ਜਾ ਕੇ ਮਨਿਆਦੀ ਕਰਨ ਵੀ ਤੁਹਾਡੇ ਇੱਥੋਂ ਸੜਕ ਨਿਕਲਣੀ ਹੈ, ਇੱਥੋਂ ਆ ਨਿਕਲਣਾ, ਫਿਰ ਮੈਂ ਵੇਖੂੰਗਾ ਕਿਹੜਾ ਬੰਦਾ ਕੌਡੀਆਂ ਦੇ ਭਾਅ ਦੀ ਜ਼ਮੀਨ ਲੈਂਦਾ। ਪੇਪਰ 'ਚ ਕਢਾਇਆ ਜਾਂਦਾ ਨਾ, ਪੇਪਰ 'ਚ ਕਢਾਇਆ ਜਾਂਦਾ। ਫਿਰ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਲੈਂਡ ਵੇਚੀ ਹੈ, ਇਹਨਾਂ ਨੇ ਜਿੰਨੀ ਅਮਾਉਂਟ ਮੰਗੀ ਹੋਗੀ ਉਹਨੂੰ ਉਨੀ ਵੇਚੀ ਹੈ। ਇਹਨਾਂ ਨੂੰ ਨੀਡੀ ਹੋਊਗੇ ਤਾਂ ਕੋਈ ਸੌਦਾ ਹੋਇਆ ਜੀ? ਬਿਲਕੁਲ। ਇਹਨਾਂ ਨੇ ਜਿਹੜੀ ਲੈਂਡ ਵੇਚੀ ਹੈ ਇਹ ਤੁਹਾਨੂੰ ਆਪ ਦੱਸ ਦੇਣਗੇ। 61 ਲੱਖ ਦੀ ਵੇਚੀ ਸੀ, ਅਜੇ ਤੱਕ ਇਹਨਾਂ ਨੂੰ ਸਿਰਫ 10 ਲੱਖ ਰੁਪਈਆ ਮਿਲਿਆ, ਉਹ ਵੀ ਸਿਰਫ ਜਿਹੜੀ ਜ਼ਮੀਨ ਉਹਦੇ 'ਚ ਬੈਂਕ ਦੇ ਵਿੱਚ ਜਮ੍ਹਾਂ ਹੋਣਾ ਸੀ। ਬੇਸਿਕਲੀ ਦੇਖੋ ਇਹਦੇ 'ਚ 2 ਚੀਜ਼ਾਂ ਹੁੰਦੀਆਂ, ਕਾਨੂੰਨਨ ਪੱਖ ਤੇ ਸਮਾਜਿਕ ਪੱਖ। ਆਪਾਂ ਸੋਚੀਏ, ਤੁਸੀਂ ਵੀ ਇਸੇ ਸ਼ਹਿਰ ਦੇ ਨੁਮਾਇੰਦੇ ਹੋ, ਸਭ ਤੋਂ ਪਹਿਲਾਂ ਸੋਚਣ ਵਾਲੀ ਗੱਲ ਹੈ ਜੇ ਆਪਾਂ ਇਹਨੂੰ ਕਾਨੂੰਨ ਪੱਖੀ ਲਈਏ, ਜਿਹੜੀ ਤੁਸੀਂ ਵਾਰ-ਵਾਰ ਗੱਲ ਕਹਿ ਰਹੇ ਹੋ ਕਿ ਇਹਨੂੰ ਪਤਾ ਹੋਊਗਾ ਇਹਨੇ ਆਪਦੀ ਮਰਜ਼ੀ ਨਾਲ ਵੇਚੀ, ਨੋ ਡਾਊਟ ਇਹਨੇ ਮਰਜ਼ੀ ਨਾਲ ਵੇਚੀ, ਪਰ ਮੈਨੂੰ ਤੁਸੀਂ ਆਪਦੇ ਆਪ ਤੇ ਲੈ ਕੇ ਇਹ ਗੱਲ ਦੱਸ ਦਿਓ ਜੇ ਤੁਹਾਨੂੰ ਪਤਾ ਹੋਵੇ ਅੱਜ ਤੁਹਾਡੀ ਜ਼ਮੀਨ ਲੱਖ ਦੀ ਹੈ ਤੇ 15 ਦਿਨਾਂ ਨੂੰ ਇਹ 3 ਲੱਖ ਦੀ ਹੋ ਜਾਣੀ ਹੈ, ਜੇ ਤੁਹਾਨੂੰ ਪਤਾ ਹੋਵੇ ਫਿਰ ਤੁਸੀਂ ਵੇਚੋਗੇ। ਸੰਘਾ ਸਾਹਿਬ ਪਬਲਿਕ ਨੋਟਿਸ ਤਾਂ ਕਢਵਾਇਆ ਹੋਣਾ ਨਾ ਤੁਹਾਨੂੰ? ਪਬਲਿਕ ਨੂੰ ਮੈਂ ਉਹੀ ਵਾਰ-ਵਾਰ ਕਹਿ ਰਿਹਾ, ਪਬਲਿਕ ਨੋਟਿਸ ਅੱਜ ਕੱਲ ਮੈਨੂੰ ਦੱਸੋ ਵੀ ਪਿੰਡਾਂ ਦੇ ਵਿੱਚ ਕਿੰਨਾ ਕੁ ਅਖਬਾਰ ਪੜ੍ਹਨ ਦਾ ਰਿਵਾਜ ਹੈ ਜਾਂ ਕਿਵੇਂ? ਇਹ ਮਹਿਕਮੇ ਦੀ ਬਹੁਤ ਵੱਡੀ ਨਲਾਇਕੀ ਹੈ। ਜਿਹੜੀ ਮਨਿਆਦੀ ਜਿਹੜੇ ਪਿੰਡ ਦੇ ਵਿੱਚੋਂ ਸੜਕ ਨਿਕਲਣੀ ਹੈ, ਪਿੰਡ ਦੇ ਵਿੱਚ ਮਨਿਆਦੀ ਹੋਣੀ ਚਾਹੀਦੀ ਹੈ ਔਰ ਤਹਿਸੀਲਦਾਰਾਂ ਪਟਵਾਰੀਆਂ ਦੀ ਡਿਊਟੀ ਬਣਦੀ ਹੈ ਕਿ ਉੱਥੋਂ ਦੇ ਲੋਕਾਂ ਨੂੰ ਜਾ ਕੇ ਦੱਸਣ ਕਿ ਤੁਹਾਡੇ ਪਿੰਡ ਦੇ ਵਿੱਚੋਂ ਲੈਂਡ ਅਕਵਾਇਰ ਕਰਨੀ ਔਰ ਜਗ੍ਹਾ ਸੜਕ ਨਿਕਲਣੀ। ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਤੇ ਵੀ ਕੱਲ ਆਰੋਪ ਲੱਗੇ, ਉਹਨਾਂ ਨੇ ਕਿਹਾ ਕਿ ਡੀਸੀ ਮੋਗਾ ਨੇ ਇਨਕੁਆਇਰੀ ਮਾਰਕ ਕੀਤੀ ਹੈ ਜੀ, ਕੋਈ ਗੱਲਬਾਤ ਹੋਈ ਤੁਹਾਡੀ? ਦੇਖੋ ਉਹਦੇ ਵਿੱਚ ਜਿਹੜਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਉਹ ਇਸ ਮਹਿਕਮੇ ਦੇ ਹੈੱਡ ਨੇ। ਇਸ ਮਹਿਕਮੇ ਦੀ ਜਿਹੜੀ ਹੈਗੀ ਆ ਰੈਵਨਿਊ ਡਿਪਾਰਟਮੈਂਟ ਉਹ ਦੇਖਦੇ ਨੇ। ਸੋ ਉਹਨਾਂ ਦਾ ਜਿਹੜਾ ਜੇ ਉਹਨਾਂ ਦੇ ਧਿਆਨ 'ਚ ਆਈ ਹੈ ਗੱਲ, ਇਨਕੁਆਇਰੀ ਇਹਦੀ ਹੋਣੀ ਚਾਹੀਦੀ ਹੈ ਔਰ ਇੱਕ ਫੇਅਰ ਇਨਕੁਆਇਰੀ ਜਿਹੜੀ ਹੈਗੀ ਇਹਦੀ ਹੋਣੀ ਚਾਹੀਦੀ ਹੈ। ਜਿਹੜੇ ਇਸ ਤਰ੍ਹਾਂ ਦੇ ਕੇਸ ਹੈ, ਸਪਸ਼ਟ ਗੱਲ ਹੈ ਕਿ ਜਿਹੜੀ ਨੋਟੀਫਿਕੇਸ਼ਨਸ ਤੋਂ ਬਾਅਦ ਜਿਹੜੀਆਂ ਰਜਿਸਟਰੀਆਂ ਹੋਈਆਂ ਸਾਰੀਆਂ ਡਾਊਟਫੁਲ ਹੈ। ਇੱਕ ਇਹਦੇ 'ਚ ਇਹ ਸੋਚਣ ਵਾਲੀ ਗੱਲ ਹੈ, ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮਰਜ਼ੀ ਨਾਲ ਵੇਚੀ ਹੈ, ਜੇ ਮਰਜ਼ੀ ਨਾਲ ਵੇਚੀ ਹੈ ਤਾਂ ਉਹਨਾਂ ਨੇ ਰਜਿਸਟਰੀ ਕਿਵੇਂ ਕਰਾਤੀ? ਮੈਨੂੰ ਜੇ ਪ੍ਰੀ ਨੋਟੀਫਿਕੇਸ਼ਨ ਹੋ ਗਿਆ ਉਸ ਤੋਂ ਬਾਅਦ ਰਜਿਸਟਰੀ ਹੋ ਸਕਦੀ ਕਿ ਨਹੀਂ ਹੋ ਸਕਦੀ? ਰਜਿਸਟਰੀ ਤਾਂ ਇਹਨਾਂ ਨੇ ਕਰਵਾਈ ਸੀ ਯਾਰ ਡਿਪਾਰਟਮੈਂਟ ਜਦੋਂ ਇੱਕ ਲਾਅ ਹੈ, ਜਦੋਂ ਨੋਟੀਫਿਕੇਸ਼ਨ ਹੋ ਗਿਆ ਉਸ ਤੋਂ ਬਾਅਦ ਰਜਿਸਟਰੀ ਹੋ ਸਕਦੀ ਨਹੀਂ ਹੋ ਸਕਦੀ? ਕਿਉਂ ਹੋਈ ਹੈ? ਉਹ ਡਿਪਾਰਟਮੈਂਟ ਦੀ ਨੈਗਲੀਜੈਂਸੀ ਹੈ। ਨੈਗਲੀਜੈਂਸੀ ਨਹੀਂ, ਮਿਲੀ ਭੁਗਤ ਹੈ। ਕੁਝ ਵੀ ਕਰੋ, ਕੁਛ ਵੀ ਕਹ ਲਓ, ਵਟ ਐਵਰ ਇਟਸ ਪਾਰਟ ਆਫ ਇਨਵੈਸਟੀਗੇਸ਼ਨ। ਇਹਦਾ ਡਿਫਰੈਂਟ ਕਿੰਨੇ ਦਿਨਾਂ ਦਾ ਹੈਗਾ ਜੀ ਨੋਟੀਫਿਕੇਸ਼ਨ ਜਾਰੀ ਹੁੰਦਾ ਤੇ ਇਹਨਾਂ ਰਜਿਸਟਰੀ ਆਲਮੋਸਟ ਤਕਰੀਬਨ 1.5 ਮਹੀਨੇ ਦਾ ਜੀ।
ਆਈ ਥਿੰਕ ਜਨਵਰੀ ਦੇ ਪਹਿਲੇ ਹਫਤੇ ਨੂੰ ਇਹ ਤੋਂ ਬਿਨਾਂ ਸਿੰਘਾ ਸਾਹਿਬ ਕੋਈ ਹੋਰ ਹੌਲੀ ਹੌਲੀ ਪਤਾ ਕੀ ਆ, ਇੱਕ ਆਪਣੇ ਸਮਾਜ ਦੇ ਵਿੱਚ ਇੱਕ ਇਹ ਚੀਜ਼ ਹੁੰਦੀ ਆ ਵੀ ਸੜਕਾਂ ਦੇ ਬੰਦਾ ਰਾਹ ਪਤਾ ਲੱਗਿਆ ਸੜਕ ਦੇ ਜਿਹੜੇ ਰਾਹ ਹੁੰਦੇ ਆ ਜਾਂ ਮਰਬੇ ਹੋਣ ਤੋਂ ਬਾਅਦ ਨਵੇਂ ਰਾਹ ਸੀ ਉਹਨਾਂ ਦੀਆਂ ਵੀ clear ਦੇਖੋ ਇਹਦੇ ਚ ਦੋ ਤਿੰਨ ਚੀਜ਼ਾਂ ਨੇ। ਜਿਹੜਾ ਪਹਿਲਾਂ 3A ਹੁੰਦਾ ਉਹਦੇ ਵਿੱਚ ਉਹ ਮਾਰਕਿੰਗ ਹੁੰਦੀ ਹੈ ਵੀ ਕਿਹੜੇ ਕਿਹੜੇ ਨੰਬਰ ਆ ਰਹੇ ਆ। 3B ਦੇ ਵਿੱਚ ਓਨਰਸ਼ਿਪ ਡਿਕਲੇਅਰ ਕੀਤੀ ਜਾਂਦੀ ਕਿਹਦੇ ਕਿਹਦੇ ਨਾਂ ਤੇ ਹੈ। 3C ਦੇ ਵਿੱਚ ਲੈਂਡ ਅਕਵਾਇਰ ਕੀਤੀ ਜਾਂਦੀ ਹੈ। ਔਰ ਹੁਣ ਜਿਹੜੀ ਪਾਰਟ ਹੈ 3D ਦੀ ਖੜੀ ਹੈ ਜਿੱਥੇ ਮੁਆਵਜ਼ਾ ਮਿਲਣਾ, ਅਵਾਰਡ ਮਿਲਣਾ। ਪਰ ਲੋਕ ਪਿੰਡਾਂ ਦੇ ਜਿਹੜੇ ਹੈਗੇ ਆ ਗੁੰਮਰਾਹ ਹੋਏ ਹੋਏ ਆ। ਇਹਦੇ ਵਿੱਚ ਹੁਣ ਹੌਲੀ ਹੌਲੀ ਸਾਹਮਣੇ ਆਉਣ ਲੱਗਣਗੇ। ਨਕਸ਼ਾ ਪਲੇਸ ਹੋਇਆ ਉੱਥੇ ਮਾਲਕ ਭਾਗ ਚ ਲਗਾਤਾਰ ਨਕਸ਼ਾ ਮੈਂ ਬਿਲਕੁਲ ਲੱਗਿਆ ਹੋਣਾ ਚਾਹੀਦਾ। ਮੇਰੇ ਖਿਆਲ ਉਹ ਵੀ 2-4 ਦਿਨ ਲਾਉਂਦੇ ਆ, ਲੈ ਜਾਂਦੇ ਆ। ਨਕਸ਼ਾ ਜਿਹੜਾ ਹੈਗਾ ਮਾਲਕ ਭਾਗ ਦੇ ਵਿੱਚ ਲੱਗਿਆ ਹੋਣਾ ਚਾਹੀਦਾ। ਪ੍ਰੀ ਨੋਟੀਫਿਕੇਸ਼ਨ ਤੋਂ ਪਹਿਲਾਂ ਮੇਰੇ ਖਿਆਲ ਲੱਗ ਜਾਂਦਾ ਹੁੰਦਾ। ਪ੍ਰਾਈਮੋ ਦੇ ਲਈ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ।